ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ। ਇਹਨਾਂ ਦੇ ਮਾਤਾ ਅਤੇ ਪਿਤਾ ਜੀ ਦਾ ਕੀ ਨਾਮ ਹੈ? ਪਿਤਾ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ, ਅਤੇ ਇਹਨਾਂ ਦਾ ਪਹਿਲਾ ਨਾਮ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪਹਿਲੇ 5 ਸਾਲ ਕਿੱਥੇ ਬੀਤੇ? ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ 5 ਸਾਲ ਪਟਨਾ ਸਾਹਿਬ ਵਿਖੇ ਬਤੀਤ ਹੋਏ। ਪਟਨਾ ਸਾਹਿਬ ਵਿਖੇ ਉਹ ਆਪਣੇ ਸਾਥੀਆਂ ਨਾਲ ਖੇਡਾਂ ਵਿੱਚ ਉਹਨਾਂ ਦੇ ਆਗੂ ਹੁੰਦੇ, ਜਿਸ ਤੋਂ ਉਹਨਾਂ ਦੇ ਇੱਕ ਮਹਾਨ ਨੇਤਾ ਬਣਨ ਦੇ ਲੱਛਣ ਦਿਖਾਈ ਦਿੰਦੇ ਸਨ। ਬਾਲਕ ਗੋਬਿੰਦ ਦਾਸ ਦੇ ਦਰਸ਼ਨ ਕਰਨ ਉਪਰੰਤ ਕਿਸ ਫਕੀਰ ਨੇ ਭਵਿੱਖਬਾਣੀ ਕੀਤੀ ਸੀ? ਘੁੜਾਮ ਨਿਵਾਸੀ ਸੈਯਦ ਭੀਖਣ ਸ਼ਾਹ ਨਾਮੀ ਮੁਸਲਿਮ ਫਕੀਰ ਨੇ ਨਾਮ ਜੰਮੇ ਬਾਲਕ ਗੋਬਿੰਦ ਦਾਸ ਦੇ ਦਰਸ਼ਨ ਕਰਕੇ ਭਵਿੱਖਬਾਣੀ ਕੀਤੀ ਕਿ ਮਹਾਨ ਪੈਗੰਬਰ ਬਣੇਗਾ। ਗੋਬਿੰਦ ਦਾਸ ਉਹਨਾਂ ਦੀ ਦਸਤਾਰਬੰਦੀ ਦੀ ਰਸਮ ਕਦੋਂ ਅਤੇ ਕਿੱਥੇ ਹੋਈ? ਗੋਬਿੰਦ ਦਾਸ ਜੀ ਦੀ ਦਸਤਾਰਬੰਦੀ ਦੀ ਰਸਮ 1671 ਵਿੱਚ ਲਖਨੌਰ ਵਿਖੇ ਹੋਈ। ਉਹਨਾਂ ਦੇ ਵੱਡੇ ਮਾਮਾ ਜੀ ਮੇਹਰ ਚੰਦ ਨੇ ਉਹਨਾਂ ਨੂੰ ਹਰੇ ਰੰਗ ਦੀ ਦਸਤਾਰ ਬਣਾਈ। ਗੁਰੂ ਗੋਬਿੰਦ ਜੀ ਨੇ ਕਿੰਨਾਂ ਅਧਿਆਪਕਾਂ ਤੋਂ ਵਿੱਦਿਆ ਪ੍ਰਾਪਤ ਕੀਤੀ? ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸਾਹਿਬ ਚੰਦ ਤੋਂ ਗੁਰਮੁਖੀ, ਭਾਈ ਸਤੀ ਦਾਸ ਅਤੇ ਪੀਰ ਮੁਹੰਮਦ ਤੋਂ ਫਾਰਸੀ ਅਤੇ ਪੰਡਿਤ ਹਰਜਸ ਤੋਂ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਭਾਈ ਸਤੀ ਦਾਸ ਅਤੇ ਪੀਰ ਮੁਹੰਮਦ ਤੋਂ ਫਾਰਸੀ, ਹਰਜਸ ਜੀ ਤੋਂ ਸੰਸਕ੍ਰਿਤ, ਸਾਹਿਬ ਚੰਦ ਤੋਂ ਗੁਰਮੁਖੀ। ਗੁਰੂ ਜੀ ਨੇ ਘੋੜਸਵਾਰੀ ਅਤੇ ਸ਼ਸਤਰ ਦੀ ਵਿੱਦਿਆ ਵਜਰ ਸਿੰਘ ਤੋਂ ਸਿੱਖੀ। ਵਜਰ ਸਿੰਘ ਇੱਕ ਰਾਜਪੂਤ ਸੀ ਜਿਨ੍ਹਾਂ ਤੋਂ ਇਹਨਾਂ ਨੇ ਸ਼ਸਤਰ ਵਿੱਦਿਆ ਹਾਸਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਉੱਤੇ ਕਦੋਂ ਬਿਰਾਜਮਾਨ ਹੋਏ? 1675 ਵਿੱਚ ਬਿਰਾਜਮਾਨ ਹੋਏ ਅਤੇ 1708 ਤੱਕ ਗੁਰਗੱਤਾ ਗੱਦੀ 'ਤੇ ਰਹੇ। 1708 ਤੱਕ। ਇਹਨਾਂ ਦੇ ਜੀਵਨ ਨੂੰ 2 ਕਾਲਾਂ ਵਿੱਚ ਵੰਡਿਆ ਜਾਂਦਾ ਹੈ। ਪੂਰਬ ਖਾਲਸਾ ਕਾਲ 1675 ਤੋਂ 1699 ਅਤੇ ਉੱਤਰ ਖਾਲਸਾ ਕਾਲ 1699 ਤੋਂ 1708। ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਕਸ਼ਮੀਰੀ ਪੰਡਿਤ ਆਉਂਦੇ ਹੈ। ਉਹਨਾਂ ਦਾ ਮੁਖੀ ਕੌਣ ਹੈ? ਕਿਰਪਾ ਰਾਮ ਉਹਨਾਂ ਦਾ ਮੁਖੀ ਹੈ। ਗੁਰਤਾ ਗੱਦੀ ਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਦੇ ਲਈ ਪ੍ਰਤੀਕੂਲ ਹਾਲਾਤ ਕਿਹੜੇ ਸਨ? ਮੁਗਲ ਸਮਰਾਟ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ, ਸਥਾਨਕ ਮੁਸਲਿਮ ਅਧਿਕਾਰੀਆਂ ਦਾ ਵਿਰੋਧੀ ਵਿਵਹਾਰ, ਪਹਾੜੀ ਰਾਜਿਆਂ ਦੀ ਵਿਰੋਧਤਾ ਅਤੇ ਸਿੱਖ ਮਸੰਦਾਂ ਦਾ ਹੰਕਾਰੀ ਹੋ ਜਾਣਾ, ਭ੍ਰਿਸ਼ਟਾਚਾਰ ਹੋ ਜਾਣਾ। ਗੁਰਤਾ ਗੱਦੀ ਲਈ ਅਨੁਕੂਲ ਹਾਲਾਤ ਕਿਹੜੇ ਸੀ? ਪਹਿਲੇ 9 ਗੁਰੂ ਸਾਹਿਬਾਨ ਅਧੀਨ ਸਿੱਖ ਪੰਥ ਦਾ ਵਿਕਾਸ ਅਤੇ ਸੰਗਠਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਫਲਸਰੂਪ ਸਿੱਖਾਂ ਦੀ ਧਰਮ ਅਤੇ ਗੁਰੂ ਪ੍ਰਤੀ ਵਧੇਰੇ ਸ਼ਰਧਾ, ਪਹਾੜੀ ਰਾਜਿਆਂ ਦੇ ਆਪਸੀ ਮਤਭੇਦ, ਨਿਡਰ ਅਤੇ ਬਹਾਦਰ ਜੱਟਾਂ ਦੀ ਸਿੱਖ ਪੰਥ ਵਿੱਚ ਸ਼ਮੂਲੀਅਤ ਅਤੇ ਗੁਰੂ ਜੀ ਦਾ ਯੋਗ ਬੁੱਧੀਮਾਨ ਮਾਮੇ ਕਿਰਪਾਲ ਚੰਦ ਦੀ ਸਰਪ੍ਰਸਤੀ, ਇਹ ਅਨੁਕੂਲ ਹਾਲਾਤ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਕਾਲ ਵਿੱਚ ਉਹਨਾਂ ਦੇ ਅਮਲੀ ਰੂਪ ਵਿੱਚ ਸਰਪ੍ਰਸਤ ਕੌਣ ਸਨ? ਮਾਮਾ ਕਿਰਪਾਲ ਚੰਦ।
ਮਾਮਾ ਕਿਰਪਾਲ ਚੰਦ ਉਹਨਾਂ ਦੇ ਸਰਪ੍ਰਸਤ ਸਨ। ਗੁਰੂ ਜੀ ਦਾ ਵਿਆਹ, ਇਸ ਬਾਰੇ ਜਾਣਕਾਰੀ। ਉਹਨਾਂ ਦਾ ਪਹਿਲਾ ਵਿਆਹ 1677 ਵਿੱਚ ਹਰਜੀ ਮੱਲ ਦੀ ਸਪੁੱਤਰੀ ਬੀਬੀ ਜੀਤੋ ਜੀ ਨਾਲ ਹੋਇਆ। 1677 ਵਿੱਚ ਹਰਜੀ ਮੱਲ ਦੀ ਪੁੱਤਰੀ ਬੀਬੀ ਜੀਤੋ ਜੀ ਨਾਲ ਹੋਇਆ। 1684 ਵਿੱਚ ਦੂਸਰਾ ਵਿਆਹ ਸੁੰਦਰੀ ਜੀ ਨਾਲ ਹੋਇਆ। 1701 ਵਿੱਚ ਤੀਜਾ ਵਿਆਹ ਸਾਹਿਬ ਕੌਰ ਜੀ ਨਾਲ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਰਾਜਸੀ ਚਿੰਨ੍ਹ ਅਪਣਾਏ? ਉਹਨਾਂ ਨੇ ਦਸਤਾਰ ਉੱਤੇ ਕਲੰਗੀ ਸਜਾਉਣੀ ਆਰੰਭ ਕਰ ਦਿੱਤੀ। ਰਾਜਗੱਦੀ ਉੱਤੇ ਬੈਠ ਕੇ ਉਹਨਾਂ ਨੇ ਇੱਕ ਉੱਚਾ ਜਿਹੜਾ ਆਸਣ ਹੈ ਉਹ ਤਿਆਰ ਕਰ ਲਿਆ। ਉਹ ਬੜੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਦੇ ਵਿੱਚ ਲੰਘਾਉਣ ਲੱਗੇ। ਉਹਨਾਂ ਦੇ ਪਾਸ ਘੋੜੇ ਅਤੇ ਹਾਥੀ ਰੱਖਣੇ ਉਹਨਾਂ ਨੇ ਆਰੰਭ ਕਰ ਦਿੱਤੇ। ਇਸ ਤੋਂ ਇਲਾਵਾ ਨਗਾਰੇ ਦੀ ਵਰਤੋਂ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਬਣਵਾਏ ਗਏ ਨਗਾਰੇ ਦਾ ਕੀ ਨਾਮ ਰੱਖਿਆ ਗਿਆ? ਉਹਨਾਂ ਦਾ ਨਾਮ ਰਣਜੀਤ ਨਗਾਰਾ ਰੱਖਿਆ ਗਿਆ। ਜਦੋਂ ਵੀ ਗੁਰੂ ਜੀ ਯੁੱਧ ਜਾਂ ਸ਼ਿਕਾਰ ਖੇਡਣ ਲਈ ਜਾਇਆ ਕਰਦੇ ਸੀ, ਸ਼ਿਕਾਰ ਖੇਡਣ ਸਮੇਂ ਇਹ ਨਗਾਰਾ ਵਜਾਇਆ ਜਾਂਦਾ ਸੀ। ਗੁਰੂ ਗੋਬਿੰਦ ਜੀ ਨੇ ਆਪਣੇ ਪੂਰਵ ਅਧਿਕਾਰੀਆਂ ਵਿੱਚੋਂ ਕਿਸ ਗੁਰੂ ਸਾਹਿਬ ਦੀ ਨੀਤੀ ਅਪਣਾਉਣ ਦਾ ਨਿਸ਼ਚਾ ਕੀਤਾ? ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੀਤੀ ਨੂੰ ਅਪਣਾਉਣ ਦਾ ਨਿਸ਼ਚਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਿਲਾਸਪੁਰ ਦਾ ਰਾਜਾ ਕੌਣ ਸੀ? ਬਿਲਾਸਪੁਰ ਦਾ ਰਾਜਾ ਭੀਮ ਚੰਦ ਸੀ। ਉਸਨੇ ਆਪਣੇ ਪੁੱਤਰ ਦਾ ਵਿਆਹ ਗੜਵਾਲ ਦੇ ਰਾਜਾ ਫਤਿਹ ਸ਼ਾਹ ਦੀ ਪੁੱਤਰੀ ਨਾਲ ਕੀਤਾ ਸੀ। ਨਾਹਨ ਦੇ ਕਿਸ ਸ਼ਾਸਕ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਰਾਜ ਵਿੱਚ ਆਉਣ ਦਾ ਸੱਦਾ ਦਿੱਤਾ? ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਆਉਣ ਦਾ ਸੱਦਾ ਦਿੱਤਾ। ਨਾਹਨ ਰਾਜ ਦੇ ਪ੍ਰਦੇਸ਼ ਵਿੱਚ ਜਮਨਾ ਨਦੀ ਦੇ ਕੰਢੇ ਗੁਰੂ ਜੀ ਨੇ ਪੌਂਟਾ ਨਾਮਕ ਕਿਲੇ ਦੀ ਉਸਾਰੀ ਕਰਵਾਈ। ਪੌਂਟਾ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ? ਇਹਨਾਂ ਦੇ ਦਰਬਾਰ ਵਿੱਚ 52 ਕਵੀ ਸੀ, ਜਿਨ੍ਹਾਂ ਦੇ ਵਿੱਚ ਸੈਨਾਪਤ ਅਣੀ ਰਾਏ, ਸੁਖਦੇਵ ਅਤੇ ਨੰਦ ਲਾਲ ਜੀ ਸਨ। ਪੌਂਟਾ ਸਾਹਿਬ ਵਿਖੇ ਗੁਰੂ ਜੀ ਦੀਆਂ ਸਾਹਿਤਕ ਕਾਰਵਾਈਆਂ ਦਾ ਕੀ ਉਦੇਸ਼ ਸੀ? ਪੌਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਕਾਰਵਾਈਆਂ ਦਾ ਉਦੇਸ਼ ਆਪਣੇ ਸਿੱਖਾਂ ਨੂੰ ਉਹਨਾਂ ਦੇ ਵਿੱਚ ਨਵੀਆਂ ਭਾਵਨਾਵਾਂ ਉਤਪੰਨ ਕਰਨਾ ਅਤੇ ਅੱਤਿਆਚਾਰ ਅਤੇ ਅਨਿਆਂ ਵਿਰੁੱਧ ਉਹਨਾਂ ਦੇ ਦਿਲਾਂ ਨੂੰ ਮਜ਼ਬੂਤ ਕਰਨਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਸ ਦੀ ਸਿਫਾਰਿਸ਼ 'ਤੇ ਕਿੰਨੇ ਪਠਾਨ ਆਪਣੀ ਸੈਨਾ ਵਿੱਚ ਭਰਤੀ ਕਰ ਲਏ? ਗੁਰੂ ਗੋਬਿੰਦ ਸਿੰਘ ਜੀ ਨੇ ਸੰਢੌਰਾ ਦੇ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ 'ਤੇ 500 ਪਠਾਣਾਂ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ। ਇਹਨਾਂ ਪਠਾਨ ਸੈਨਿਕਾਂ ਦੇ ਆਗੂ ਕਾਲੇ ਖਾਂ, ਭੀਖਣ ਖਾਂ, ਹਯਾਤ ਖਾਂ ਅਤੇ ਉਮਰ ਖਾਂ ਸਨ। ਕਾਲੇ ਖਾਂ, ਭੀਖਣ ਖਾਂ, ਹਯਾਤ ਖਾਂ ਅਤੇ ਉਮਰ ਖਾਂ। ਪੂਰਬ ਖਾਲਸਾ ਕਾਲ ਵਿੱਚ ਕਿਹੜੀਆਂ ਲੜਾਈਆਂ ਲੜੀਆਂ ਗਈਆਂ? ਭੰਗਾਣੀ ਅਤੇ ਨਦੌਣ। ਭੰਗਾਣੀ ਅਤੇ ਨਦੌਣ ਇਹਨਾਂ ਦੀਆਂ ਜਿਹੜੀਆਂ ਤਰੀਖਾਂ ਨੇ, ਮਿਤੀਆਂ ਨੇ, ਉਹਨਾਂ 'ਚ ਫਰਕ ਹੈ। ਇੱਥੇ ਲਿਖਿਆ ਹੋਇਆ 1688 ਅਤੇ ਦੂਸਰੀ 1690। ਕਈ ਥਾਵਾਂ ਦੇ ਵਿੱਚ ਇਹ ਡੇਟਸ ਹੋਰ ਵੀ ਦਿੱਤੀਆਂ ਗਈਆਂ ਹਨ। ਇੱਥੇ ਲਿਖਿਆ ਗਿਆ ਹੈ ਪਹਿਲੀ ਲੜਾਈ ਕਿਸ ਸਥਾਨ ਉੱਤੇ ਅਤੇ ਕਿਹੜੇ ਰਾਜਿਆਂ ਵਿਰੁੱਧ ਹੋਈ? ਪਹਿਲੀ ਲੜਾਈ 1688 ਗੜਵਾਲ ਦੇ ਰਾਜਾ ਫਤਿਹ ਸ਼ਾਹ, ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਹੋਰ ਕੁਝ ਪਹਾੜੀ ਰਾਜਿਆਂ ਦੇ ਨਾਲ ਇਹ ਲੜਾਈ ਹੋਈ। ਅੱਗੇ ਭੰਗਾਣੀ ਦੀ ਲੜਾਈ ਕਿਸ ਵਿਚਕਾਰ ਹੋਈ? ਭੰਗਾਣੀ ਦੀ ਲੜਾਈ ਬਿਲਾਸਪੁਰ ਦੇ ਰਾਜਾ ਭੀਮ ਚੰਦ, ਗੜਵਾਲ ਦੇ ਰਾਜਾ ਫਤਿਹ ਸ਼ਾਹ ਅਤੇ ਹੋਰ ਪਹਾੜੀ ਰਾਜਿਆਂ, ਇਸ ਤੋਂ ਇਲਾਵਾ ਗੁਰੂ ਜੀ ਦੀ ਉਹਨਾਂ ਦੇ ਸਿੱਖ, ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ। ਭੰਗਾਣੀ ਦੀ ਲੜਾਈ ਦੇ ਦੋ ਮੁੱਖ ਕਾਰਨ ਕੀ ਸਨ? ਪਹਾੜੀ ਰਾਜੇ
ਗੁਰੂ ਗੋਬਿੰਦ ਸਾਹਿਬ ਜੀ ਨੂੰ ਸੈਨਿਕ ਕਾਰਵਾਈਆਂ, ਉਹਨਾਂ ਦੀਆਂ ਜੋ ਸੈਨਿਕ ਕਾਰਵਾਈਆਂ ਸੀ ਉਹਨਾਂ ਨੂੰ ਆਪਣੇ ਲਈ ਖਤਰਾ ਸਮਝਣ ਲੱਗੇ। ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ, ਜਿਸ ਦੀ ਗੁਰੂ ਸਾਹਿਬ ਨਾਲ ਜਾਤੀ ਦੁਸ਼ਮਣੀ ਸੀ, ਕੁਝ ਦੂਜੇ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਦੇ ਵਿਰੁੱਧ ਉਕਸਾ ਰਿਹਾ ਸੀ। ਭੰਗਾਣੀ ਦੀ ਲੜਾਈ ਵਿੱਚ ਕਿਹੜਾ ਮੁਸਲਮਾਨ ਸਰਦਾਰ ਆਪਣੇ 4 ਪੁੱਤਰਾਂ ਸਮੇਤ ਗੁਰੂ ਗੋਬਿੰਦ ਸਾਹਿਬ ਨਾਲ ਮਿਲਿਆ? ਪੀਰ ਬੁੱਧੂ ਸ਼ਾਹ। ਪੀਰ ਬੁੱਧੂ ਸ਼ਾਹ ਆਪਣੇ 4 ਪੁੱਤਰਾਂ ਸਹਿਤ ਮੈਦਾਨ ਵਿੱਚ ਆ ਗਿਆ ਭੰਗਾਣੀ ਦੇ। ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ 5 ਮਹੱਤਵਪੂਰਨ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ? ਉਹਨਾਂ ਨੇ ਬਿਲਾਸਪੁਰ ਦੇ ਰਾਜਾ ਭੀਮ ਚੰਦ, ਗੜਵਾਲ ਦੇ ਰਾਜਾ ਫਤਿਹ ਸ਼ਾਹ, ਕਾਂਗੜਾ ਦੇ ਰਾਜਾ ਕਿਰਪਾਲ ਚੰਦ, ਕੱਕਾ ਕਾਂਗੜਾ ਕੱਕਾ ਕਿਰਪਾਲ ਚੰਦ, ਗੁਲੇਰ ਦੇ ਰਾਜਾ ਗੋਪਾਲ ਜਸਵਾਲ ਦੇ ਰਾਜਾ ਕੇਸਰੀ ਚੰਦ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਪਹਿਲਾ ਯੁੱਧ ਕਰਨ ਲਈ ਕਿਹੜਾ ਉਚਿਤ ਸਥਾਨ ਚੁਣਿਆ? ਉਹਨਾਂ ਨੇ ਪਹਿਲਾ ਯੁੱਧ ਕਰਨ ਲਈ ਜਮਨਾ ਅਤੇ ਉਸ ਦੀ ਸਾਖਾ ਗਿਰੀ ਵਿਚਾਲੇ ਭੰਗਾਣੀ ਨਾਮੀ ਸਥਾਨ ਨੂੰ ਚੁਣਿਆ, ਇਹ ਜੋ ਪਾਉਂਟਾ ਸਾਹਿਬ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਕਿਹੜੇ ਹੋਰ 2 ਵਿਅਕਤੀਆਂ ਨੇ ਬਹਾਦਰੀ ਦੇ ਜੌਹਰ ਦਿਖਾਏ? ਮਹੰਤ ਕਿਰਪਾਲ ਦਾਸ ਅਤੇ ਕਿਰਪਾਲ ਚੰਦ, ਜੋ ਗੁਰੂ ਸਾਹਿਬ ਦੇ ਮਾਮਾ ਜੀ ਸਨ, ਉਹਨਾਂ ਨੇ ਬੜੇ ਹੀ ਬਹਾਦਰੀ ਭਰੇ ਜੌਹਰ ਦਿਖਾਏ। ਕਿਸ ਪਹਾੜੀ ਰਾਜੇ ਦੇ ਕਹਿਣ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਗਲਾਂ ਵਿਰੁੱਧ ਕਿਹੜੀ ਲੜਾਈ ਲੜੀ? ਬਿਲਾਸਪੁਰ ਦੇ ਪਹਾੜੀ ਰਾਜੇ ਭੀਮ ਚੰਦ ਦੇ ਕਹਿਣ 'ਤੇ ਗੁਰੂ ਜੀ ਨੇ ਨੰਦਾਉਣ ਦੀ ਲੜਾਈ ਲੜੀ। ਨੰਦਾਉਣ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ, ਭੀਮ ਚੰਦ, ਹੋਰ ਪਹਾੜੀ ਰਾਜੇ ਅਤੇ ਦੂਸਰੇ ਪਾਸੇ ਅਲਫ ਖਾਨ ਦੀ ਅਗਵਾਈ ਹੇਠ ਭੇਜੀ ਮੁਗਲ ਸੈਨਾ ਦੇ ਵਿਚਕਾਰ ਹੋਈ। ਇਸ ਵਿੱਚ ਪਹਾੜੀ ਰਾਜੇ ਜੇਤੂ ਰਹੇ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਪੋਰਟ ਨਾਲ ਹੀ ਜਿੱਤੇ ਸਨ। ਅਨੰਦਪੁਰ ਸਾਹਿਬ ਵਿਖੇ ਕਿਹੜੇ ਕਿਲ੍ਹੇ ਬਣਾਏ ਗਏ? ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ, ਫਤਿਹਗੜ੍ਹ। ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਨਾਮੀ 4 ਕਿਲ੍ਹੇ ਬਣਾਏ ਗਏ। ਇਸ ਤੋਂ ਇਲਾਵਾ ਹੋਰ ਕਿਲ੍ਹੇ ਵੀ ਬਣਾਏ ਗਏ। ਨੰਦਾਉਣ ਦੀ ਲੜਾਈ ਤੋਂ ਬਾਅਦ ਕਿਹੜੇ ਮੁਗਲ ਸੈਨਾ ਨਾਇਕ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਤੇ ਪਹਾੜੀ ਰਾਜਿਆਂ ਵਿਰੁੱਧ ਮੁਹਿੰਮਾਂ ਭੇਜੀਆਂ? ਨੰਦਾਉਣ ਦੀ ਲੜਾਈ ਤੋਂ ਬਾਅਦ ਖਾਨਜ਼ਾਦਾ ਰੁਸਤਮ ਖਾਨ, ਹੁਸੈਨ ਖਾਂ, ਜੁਝਾਰ ਸਿੰਘ, ਚੰਦੇਲ ਰਾਏ ਅਤੇ ਮਿਰਜ਼ਾ ਬੇਗ ਨਾਮਕ ਮੁਗਲ ਸੈਨਾ ਨਾਇਕ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਪਹਾੜੀ ਰਾਜਿਆਂ ਵਿਰੁੱਧ ਮੁਹਿੰਮਾਂ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਦੇ ਕਿਸ ਸ਼ਰਧਾਲੂ ਦੇ ਕਹਿਣ 'ਤੇ ਸਾਹਿਬਜ਼ਾਦਾ ਮੁਅੱਜ਼ਮ ਨੇ ਗੁਰੂ ਸਾਹਿਬ ਵਿਰੁੱਧ ਕੋਈ ਕਾਰਵਾਈ ਨਾ ਕੀਤੀ? ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਭਾਈ ਨੰਦ ਲਾਲ, ਜੋ ਸਾਹਿਬਜ਼ਾਦਾ ਮੁਅੱਜ਼ਮ ਦੀ ਸੇਵਾ ਵਿੱਚ ਮੀਰ ਮੁਨਸ਼ੀ ਸੀ, ਦੇ ਕਹਿਣ 'ਤੇ ਸਾਹਿਬਜ਼ਾਦਾ ਮੁਅੱਜ਼ਮ ਨੇ ਗੁਰੂ ਸਾਹਿਬ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ। ਖਾਲਸਾ ਪੰਥ ਦੇ ਜਿਹੜਾ ਸਥਾਪਨਾ ਹੋਈ ਹੈ, ਇਹਦੇ ਮੁੱਖ ਕਾਰਨ ਕੀ ਸਨ? ਇੱਕ ਮੁਗਲ ਸਮਰਾਟ ਔਰੰਗਜ਼ੇਬ ਦੇ ਹਿੰਦੂਆਂ ਉੱਤੇ ਅਤਿਆਚਾਰ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਹਿੰਦੂਆਂ ਦੀ ਕਾਇਰਤਾ, ਮੁਸਲਮਾਨਾਂ ਵਿਰੁੱਧ ਧਰਮ ਯੁੱਧ ਕਰਨ ਲਈ ਸਿੱਖਾਂ ਨੂੰ ਚੰਗੀ ਤਰ੍ਹਾਂ ਜਥੇਬੰਦ ਕਰਨ ਦੀ ਲੋੜ, ਪਹਾੜੀ ਰਾਜਿਆਂ ਦਾ ਵਿਸ਼ਵਾਸ ਪਾਤਰ ਨਾ ਹੋਣਾ ਅਤੇ ਮਸੰਦਾਂ ਦਾ ਹੰਕਾਰੀ ਅਤੇ ਭ੍ਰਿਸ਼ਟਾਚਾਰ ਹੋ ਜਾਣਾ। ਗੁਰੂ ਜੀ ਦਾ ਮਿਸ਼ਨ ਕੀ ਸੀ? ਉਹਨਾਂ ਦਾ ਮਿਸ਼ਨ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ, ਨਿਰਦੋਸ਼ ਲੋਕਾਂ ਦੀ ਰੱਖਿਆ ਕਰਨਾ, ਅਤਿਆਚਾਰੀ ਲੋਕਾਂ ਦਾ ਨਾਸ਼ ਕਰਨਾ। ਇਸ ਮਿਸ਼ਨ ਦੀ ਪੂਰਤੀ ਲਈ ਉਹਨਾਂ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਹਨਾਂ ਨੇ 1699 ਵਿੱਚ ਹੋਈ ਅਨੰਦਪੁਰ ਦੀ ਸਭਾ ਵਿੱਚ ਕਿਹੜੇ ਜਿਹੜੇ 5
ਸਿੱਖ ਸੀ ਉਹਨਾਂ ਨੂੰ ਅੰਮ੍ਰਿਤਪਾਨ ਕਰਵਾਇਆ ਅਤੇ 5 ਪਿਆਰੇ ਕਹਾਏ। ਭਾਈ ਦਇਆ ਰਾਮ, ਧਰਮਦਾਸ, ਮੁਹਕਮਦਾਸ, ਸਾਹਿਬ ਚੰਦ ਅਤੇ ਹਿੰਮਤ ਰਾਏ। ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਅੰਮ੍ਰਿਤ ਦੀ ਥਾਂ ਕਿਹੜੀ ਵਿਧੀ ਪ੍ਰਚਲਿਤ ਕੀਤੀ? ਉਹਨਾਂ ਨੇ ਚਰਨ ਅੰਮ੍ਰਿਤ ਦੀ ਥਾਂ ਖੰਡੇ ਦੀ ਪਹੁਲ ਜਿਹੜੀ ਵਿਧੀ ਹੈ ਉਹ ਪ੍ਰਚਲਿਤ ਕੀਤੀ। ਇਸ ਸਮੇਂ 5 ਬਾਣੀਆਂ ਦਾ ਪਾਠ ਹੁੰਦਾ ਹੈ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਅਤੇ ਆਨੰਦ ਸਾਹਿਬ। ਖੰਡੇ ਦੀ ਪਹੁਲ ਜਾਂ ਅੰਮ੍ਰਿਤ ਤੋਂ ਕੀ ਭਾਵ ਹੈ? ਗੁਰਬਾਣੀ ਦੇ ਪਾਠ ਦੇ ਨਾਲ ਨਾਲ 2 ਧਾਰੇ ਖੰਡੇ ਨਾਲ ਤਿਆਰ ਕੀਤੇ ਗਏ ਮਿੱਠੇ ਪਾਣੀ ਦੇ ਅੰਮ੍ਰਿਤ ਤੋਂ ਭਾਵ ਇਹ ਸੀ ਕਿ ਇਸ ਨੂੰ ਸੇਵਨ ਕਰਨ ਵਾਲਿਆਂ ਵਿੱਚ ਗੁਰਬਾਣੀ ਉੱਤੇ ਦ੍ਰਿੜਤਾ, ਵਿਸ਼ਵਾਸ, ਬਹਾਦਰੀ ਅਤੇ ਮਿਠਾਸ ਵਰਗੇ ਗੁਣ ਉਤਪੰਨ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੇ ਮੈਂਬਰਾਂ ਨੂੰ ਕਿਹਨਾਂ ਨਾਲ ਮੇਲ ਜੋਲ ਨਾ ਰੱਖਣ ਦਾ ਹੁਕਮ ਦਿੱਤਾ? ਉਹਨਾਂ ਨੇ ਮੀਣਿਆਂ, ਮਸੰਦਾਂ, ਧੀਰ ਮੱਲੀਏ, ਰਾਮ ਰਾਈਏ ਇਹਨਾਂ ਨਾਲ ਮੇਲ ਜੋਲ ਨਾ ਰੱਖਣ ਦਾ ਹੁਕਮ ਦਿੱਤਾ। ਮਸੰਦ ਪ੍ਰਥਾ ਕਿਸ ਨੇ ਆਰੰਭ ਕੀਤੀ ਸੀ? ਮਸੰਦ ਪ੍ਰਥਾ ਭਾਵੇਂ ਗੁਰੂ ਰਾਮਦਾਸ ਜੀ ਨੇ ਆਰੰਭ ਕੀਤੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸਮਾਪਤ ਕਰ ਦਿੱਤਾ। ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਅਤੇ ਕਿਸ ਵਿਚਕਾਰ ਹੋਈ? ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈਸਵੀ ਵਿੱਚ ਇੱਕ ਪਾਸੇ ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਕੁਝ ਹੋਰ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਈ। ਅਗਲੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਉਪਰੰਤ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਬਿਲਾਸਪੁਰ ਦੇ ਰਾਜਾ ਭੀਮ ਚੰਦ ਦੀ ਸੈਨਾ ਨੂੰ ਕਿਹੜੀਆਂ 2 ਲੜਾਈਆਂ ਵਿੱਚ ਹਰਾਇਆ? ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਉਪਰੰਤ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਬਿਲਾਸਪੁਰ ਦੇ ਰਾਜਾ ਭੀਮ ਚੰਦ ਦੀ ਸੈਨਾ ਨੂੰ ਨਿਰਮੋਹ ਅਤੇ ਵਸੌਲੀ ਦੀਆਂ ਲੜਾਈਆਂ ਵਿੱਚ ਹਰਾਇਆ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਅਤੇ ਕਿਸ ਵਿਚਕਾਰ ਹੋਈ? ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈਸਵੀ ਵਿੱਚ ਹੋਈ। ਇੱਕ ਪਾਸੇ ਪਹਾੜੀ ਰਾਜੇ ਅਤੇ ਮੁਗਲ ਸੀ ਅਤੇ ਦੂਜੇ ਪਾਸੇ ਗੁਰੂ ਸਾਹਿਬਾਨ ਸੀ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਉਪਰੰਤ ਕਿ ਸੂਰਵੀਰ ਸਿੱਖ ਦੀ ਅਗਵਾਈ ਹੇਠ ਸਿੱਖਾਂ ਦੇ ਜਥੇ ਨੇ ਕਿਸ ਸਥਾਨ 'ਤੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ? ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਉਪਰੰਤ ਭਾਈ ਊਧੇ ਸਿੰਘ ਦੀ ਅਗਵਾਈ ਹੇਠ 50 ਸਿੱਖਾਂ ਦੇ ਜਥੇ ਨੇ ਸ਼ਾਹੀ ਟਿੱਬੀ ਨਾਮਕ ਸਥਾਨ 'ਤੇ 50 ਸਿੱਖਾਂ ਦੇ ਨਾਲ ਊਧੇ ਸਿੰਘ ਇਹਨਾਂ ਨੇ ਦੁਸ਼ਮਣ ਦਾ ਮੁਕਾਬਲਾ ਕੀਤਾ ਅਤੇ ਸਾਰੇ ਸਿੱਖ ਸ਼ਹੀਦੀਆਂ ਪਾ ਗਏ। ਸਰਸਾ ਨਦੀ ਦੇ ਕੰਢੇ ਕਿਸ ਸ਼ਰਧਾਲੂ ਅਤੇ ਸੂਰਬੀਰ ਸਿੱਖ ਦੀ ਅਗਵਾਈ ਹੇਠ 100 ਸਿੱਖਾਂ ਨੇ ਮੁਗਲ ਸੈਨਾ ਦਾ ਮੁਕਾਬਲਾ ਕੀਤਾ? ਸਰਸਾ ਨਦੀ ਦੇ ਕੰਢੇ ਭਾਈ ਜੀਵਨ ਸਿੰਘ ਜਿਹੜਾ ਪਹਿਲਾਂ ਭਾਈ ਜੈਤਾ ਜੀ ਸੀ, ਜੋ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ ਤੋਂ ਲੈ ਕੇ ਚੱਕ ਨਾਨਕੀ ਅਨੰਦਪੁਰ ਸਾਹਿਬ ਆਇਆ ਸੀ, ਉਹ ਸ਼ਰਧਾਲੂ ਸੂਰਬੀਰ ਸਿੱਖਾਂ ਸਮੇਤ 100 ਸਿੱਖਾਂ ਨੂੰ ਮੁਗਲ ਸੈਨਾ ਦਾ ਮੁਕਾਬਲਾ ਕਰਨਾ ਪਿਆ। ਸਾਰੇ ਹੀ ਲੜਦੇ ਆਪਣਾ ਜੀਵਨ ਕੁਰਬਾਨ ਕਰ ਗਏ ਸਨ। ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ? 1705 ਵਿੱਚ ਹੋਈ। ਕਈ ਥਾਵਾਂ 'ਤੇ ਡੇਟਾਂ ਦਾ ਫਰਕ ਹੋ ਸਕਦਾ ਹੈ। ਇੱਕ ਪਾਸੇ ਵਜ਼ੀਰ ਖਾਂ ਵੱਲੋਂ ਭੇਜੀ ਗਈ ਮੁਗਲ ਸੈਨਾ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ 40 ਸਿੱਖਾਂ ਵਿਚਕਾਰ ਹੋਈ। ਇਸ ਲੜਾਈ ਵਿੱਚ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਾਛੀਵਾੜਾ ਵਿਖੇ ਕਿਹੜੇ 2 ਪਠਾਨ ਭਰਾਵਾਂ ਨੇ ਗੁਰੂ ਗੋਬਿੰਦ ਸਾਹਿਬ ਨੂੰ ਕਿਵੇਂ ਦੁਸ਼ਮਣਾਂ ਤੋਂ ਬਚਾਇਆ? ਮਾਛੀਵਾੜਾ ਵਿਖੇ ਗਨੀ ਖਾਂ ਅਤੇ ਨਵੀ ਖਾਂ ਨਾਮਕ 2 ਮੁਸਲਮਾਨ ਪਠਾਨ ਭਰਾਵਾਂ ਨੇ ਗੁਰੂ ਗੋਬਿੰਦ ਸਾਹਿਬ ਨੂੰ ਮੁਸਲਮਾਨ ਪੀਰ ਦੇ ਨੀਲੇ ਕੱਪੜੇ ਪਵਾ ਕੇ ਉੱਚ ਦਾ ਪੀਰ ਦੱਸ ਕੇ ਦੁਸ਼ਮਣ ਤੋਂ ਬਚਾਇਆ ਅਤੇ ਉਹਨਾਂ ਨੂੰ ਖਤਰਨਾਕ ਇਲਾਕੇ ਵਿੱਚੋਂ ਲੈ ਕੇ ਬਾਹਰ ਚਲੇ ਗਏ। ਖਿਦਰਾਣਾ ਦੀ ਲੜਾਈ ਕਦੋਂ ਹੋਈ? ਖਿਦਰਾਣਾ ਦੀ ਲੜਾਈ 1705 ਈਸਵੀ ਵਿੱਚ ਹੋਈ। ਇਸ ਵਿੱਚ ਉਹ 40 ਸਿੱਖ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ।
ਜੋ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਛੱਡ ਕੇ ਚਲੇ ਗਏ ਸੀ। ਗੁਰੂ ਸਾਹਿਬ ਨੇ ਇਹਨਾਂ 40 ਸਿੱਖਾਂ ਨੂੰ ਮੁਕਤੀ ਦਾ ਵਰ ਬਖਸ਼ਿਆ, ਜਿਸ ਕਾਰਨ ਖਿਦਰਾਣਾ ਦਾ ਨਾਂ ਮੁਕਤਸਰ ਪੈ ਗਿਆ। 40 ਮੁਕਤੇ ਕਿਹੜੀ ਲੜਾਈ ਨਾਲ ਸੰਬੰਧ ਹਨ? ਖਿਦਰਾਣਾ ਮੁਕਤਸਰ ਦੀ ਲੜਾਈ ਨਾਲ ਸੰਬੰਧ ਹਨ। ਇਹ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਹੰਦ ਦੇ ਫੌਜਦਾਰ ਵਜ਼ੀਰ ਖਾਂ ਰਾਹੀਂ ਭੇਜੀ ਗਈ ਮੁਗਲ ਸੈਨਾ ਵਿਚਕਾਰ ਹੋਈ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮੁਗਲਾਂ ਵਿਚਕਾਰ ਹੋਈਆਂ 3 ਮਹੱਤਵਪੂਰਨ ਲੜਾਈਆਂ ਦੇ ਨਾਂ ਅਤੇ ਉਹਨਾਂ ਦੀਆਂ ਮਿਤੀਆਂ ਦੱਸੋ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ, ਚਮਕੌਰ ਸਾਹਿਬ ਦੀ ਲੜਾਈ, ਖਿਦਰਾਣਾ ਦੀ ਲੜਾਈ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਅਤੇ ਦੂਸਰੀਆਂ 2 ਲੜਾਈਆਂ ਚਮਕੌਰ ਸਾਹਿਬ ਅਤੇ ਖਿਦਰਾਣਾ 1705 ਚ ਹੋਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਤਲਵੰਡੀ ਸਾਬੋ ਵਿਖੇ ਕਿਸ ਸਾਲ ਠਹਿਰੇ? 1706 ਈਸਵੀ ਵਿੱਚ ਠਹਿਰੇ। ਇੱਥੇ ਗੁਰੂ ਸਾਹਿਬ ਦੀਆਂ ਧਾਰਮਿਕ ਅਤੇ ਸਾਹਿਤਕ ਗਤੀਵਿਧੀਆਂ ਕਾਰਨ ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਣ ਲੱਗਾ। ਔਰੰਗਜ਼ੇਬ ਦੇ ਪੁੱਤਰਾਂ ਵਿੱਚ ਰਾਜਗੱਦੀ ਲਈ ਹੋਏ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਸ ਦੀ ਸਹਾਇਤਾ ਕੀਤੀ? ਉਹਨਾਂ ਨੇ ਮੁਅੱਜ਼ਮ ਦੀ ਸਹਾਇਤਾ ਕੀਤੀ, ਜੋ ਇਸ ਜਿੱਤ ਉਪਰੰਤ ਬਹਾਦਰ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋਇਆ। ਮੁਅੱਜ਼ਮ ਜੋ ਬਾਅਦ 'ਚ ਬਹਾਦਰ ਸ਼ਾਹ ਬਣਿਆ। ਕਿਸ ਰਾਹੀਂ ਭੇਜੇ ਗਏ ਇੱਕ ਪਠਾਨ ਨੇ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ ਛੁਰੇ ਨਾਲ ਹਮਲਾ ਕੀਤਾ? ਸਰਹੰਦ ਦੇ ਫੌਜਦਾਰ ਵਜ਼ੀਰ ਖਾਂ ਰਾਹੀਂ ਭੇਜੇ ਗਏ ਇੱਕ ਪਠਾਨ ਨੇ ਗੁਰੂ ਜੀ 'ਤੇ ਹਮਲਾ ਕਰਕੇ ਉਹਨਾਂ ਨੂੰ ਫੱਟੜ ਕਰ ਦਿੱਤਾ ਸੀ। ਗੁਰੂ ਜੀ ਜੋਤੀ ਜੋਤ ਕਦੋਂ ਸਮਾਏ? 7 ਅਕਤੂਬਰ 1708। 7 ਅਕਤੂਬਰ 1708 ਨੂੰ ਨੰਦੇੜ ਵਿਖੇ ਜੋਤੀ ਜੋਤ ਸਮਾਏ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਬ ਦੀਆਂ ਜਿਹੜੀਆਂ 4 ਪ੍ਰਸਿੱਧ ਰਚਨਾਵਾਂ ਨੇ, ਜਿਵੇਂ ਵਿਚਿੱਤਰ ਨਾਟਕ, ਜਾਪ ਸਾਹਿਬ, ਅਕਾਲ ਉਸਤਤ ਅਤੇ ਜਾਫਰਨਾਮਾ, ਇਹ ਬੜੀਆਂ ਹੀ ਮਹੱਤਵਪੂਰਨ ਨੇ। ਧੰਨਵਾਦ ਜੀ।